ਹੈਲੋ ਸਟੂਡੈਂਟਸ, तो ਅੱਜ ਅਸੀਂ ਕਰਾਂਗੇ ਥਰਡ ਚੈਪਟਰ ਦੇ ਸੀ ਪਾਰਟ ਦਾ ਨੈਕਸਟ ਪਾਰਟ ਦੈਟ ਇਜ਼ ਦਾ ਨਿਊਟਨ ਸੈਕਿੰਡ ਲਾ ਆਫ ਮੋਸ਼ਨ। ਇਹ ਬਹੁਤ ਇੰਪੋਰਟੈਂਟ ਜਿਹੜਾ ਲਾ ਵਾ ਇਹਦਾ ਨਿਊਟਨ ਦਾ। ਇਹਦੇ ਵਿੱਚ ਅਸੀਂ ਡਰਾਈਵ ਕਰਾਂਗੇ ਵੀ ਜਿਹੜੀ ਫੋਰਸ ਹੁੰਦੀ ਆ ਉਹ ਕਿਹਦੇ ਇਕੁਅਲ ਹੁੰਦੀ ਆ, ਰੇਟ ਆਫ ਚੇਂਜ ਆਫ ਲੀਨੀਅਰ ਮੋਮੈਂਟਮ ਦੈਟ ਇਜ਼ ਮਾਸ ਇਨਟੂ ਐਕਸੈਲਰੇਸ਼ਨ। ਇਹ ਪ੍ਰੂਵ ਕਰਾਂਗੇ ਅਸੀਂ ਇਹਦੇ ਵਿੱਚ, ਠੀਕ ਆ ਜੀ। ਨਿਊਟਨ ਫਸਟ ਲਾ ਨੇ ਡਿਫਾਈਨ ਕੀਤਾ ਸੀ ਫੋਰਸ ਓਨਲੀ ਕੁਆਲੀਟੇਟਿਵਲੀ। ਇਹਨੇ ਕੁਆਲੀਟੇਟਿਵਲੀ ਉਹਨੂੰ ਐਕਸਪਲੇਨ ਕੀਤਾ ਹੈ, ਫੋਰਸਿਸ ਦੈਟ ਫਿਜ਼ੀਕਲ ਕੋਜ਼ ਵਿਚ ਚੇਂਜਿਸ ਦ ਸਟੇਟ ਆਫ ਮੋਸ਼ਨ ਆਫ ਬੋਡੀ ਵੈਨ ਇਟ ਇਜ਼ ਅਪਲਾਈਡ ਔਨ ਇਟ ਮੀਨਸ ਦੈਟ ਫੋਰਸ ਪ੍ਰੋਡਿਊਸਿਸ ਏ ਐਕਸੈਲਰੇਸ਼ਨ ਇਨ ਦੀ ਬੋਡੀ। ਜਦੋਂ ਆਪਾਂ ਕਿਸੇ ਬੋਡੀ ਦੇ ਉੱਤੇ ਫੋਰਸ ਲਗਾਉਂਦੇ ਆ ਨਾ ਤੇ ਉਹ 'ਚ ਕੀ ਪੈਦਾ ਕਰਦੀ ਹੈ, ਐਕਸੈਲਰੇਸ਼ਨ ਪੈਦਾ ਕਰਦੀ ਹੈ। ਫੋਰਸ ਇਜ਼ ਦ ਕੋਜ਼ ਆਫ ਐਕਸੈਲਰੇਸ਼ਨ। ਨਾਓ ਵੀ ਸ਼ੈਲ ਸੀ ਦੈਟ ਨਿਊਟਨ ਸੈਕਿੰਡ ਲਾ ਆਫ ਮੋਸ਼ਨ ਗਿਵਸ ਦ ਕੁਆਂਟੀਟੇਟਿਵ ਨੇਚਰ ਵੈਲਿਊ ਆਫ ਦੀ ਫੋਰਸ। ਕੁਆਂਟੀਟੇਟਿਵ ਜਿਹੜਾ ਨੇਚਰ ਵਾ ਫੋਰਸ ਦਾ ਉਹ ਕਿਹਨੇ ਦੱਸਿਆ ਸਾਨੂੰ, ਨਿਊਟਨਸ ਦੇ second law ਨੇ। it relates force to the measurable quantities like acceleration and mass। ਇਹਨੇ acceleration ਤੇ mass ਨਾਲ ਉਹਨੂੰ ਜੋੜਤਾ, ਕਿਹਨੂੰ, force ਨੂੰ। it is our common experience that if we push a tennis ball gently a small acceleration is produced and it requires a small velocity in a certain time। ਕੁਛ ਟਾਈਮ 'ਚੋਂ ਬਹੁਤ ਘੱਟ velocity gain ਕਰੂਗੀ ਜੇ ਘੱਟ ਫੋਰਸ ਲਗਾਈ ਹੈ, ਠੀਕ ਹੈ ਜੀ। ਜੈਂਟਲੀ ਉਹਨੂੰ ਆਪਾਂ ਮਤਲਬ ਪੁਸ਼ ਕੀਤਾ ਬਾਲ ਇਫ ਦਾ ਸੇਮ ਟੈਨਿਸ ਬਾਲ ਇਜ਼ ਪੁਸ਼ਡ ਹਾਰਡ, ਜ਼ੋਰ ਨਾਲ ਜੇਕਰ ਆਪਾਂ ਉਹਨੂੰ ਪੁਸ਼ ਕੀਤਾ, ਲਾਰਜ ਐਕਸੈਲਰੇਸ਼ਨ ਇਜ਼ ਪ੍ਰੋਡਿਊਸਡ ਇਨ ਇਟ ਐਂਡ ਇਟ ਰਿਕੁਆਇਰਸ ਲਾਰਜ ਵੈਲੋਸਿਟੀ ਇਨ ਦੀ ਸੇਮ ਟਾਈਮ ਇੰਟਰਵਲ। Thus the magnitude of two forces can be compared by measuring the acceleration produced by them when they are applied one by one on the same body। same body ਦੇ ਵਿੱਚ forces ਨੇ ਕਿੰਨੀ ਐਕਸੈਲਰੇਸ਼ਨ ਪੈਦਾ ਕੀਤੀ ਆ, ਆਪਾਂ ਉਹਦੇ ਤੋਂ ਪਤਾ ਲੱਗ ਸਕਦਾ ਵਾ ਸਾਨੂੰ magnitude of forces ਦੇ ਬਾਰੇ। if a force F1 produces an acceleration of this one and F2 produces an acceleration of this one, ਇੱਕ ਨੇ 5 ਤੇ ਇੱਕ ਨੇ 10 ਮੀਟਰ ਪਰ ਸੈਕਿੰਡ ਸਕੁਆਇਰ ਦੀ ਐਕਸੈਲਰੇਸ਼ਨ ਪੈਦਾ ਕੀਤੀ ਆ on the same body, then magnitude of force F2 is 2 times the magnitude of force F1। ਫਿਰ F2 ਦਾ ਜਿਹੜਾ ਮੈਗਨੀਟਿਊਡ ਆ ਉਹ 2 ਗੁਣਾ ਜ਼ਿਆਦਾ ਹੋਊਗਾ F1 ਤੋਂ, ਜਿੰਨੇ ਗੁਣਾ ਐਕਸੈਲਰੇਸ਼ਨ ਜ਼ਿਆਦਾ ਵਾ ਜੇਕਰ ਸੇਮ ਬੋਡੀ ਆ, ਮੀਨਸ ਸੇਮ ਮਾਸ ਤੇ ਅਪਲਾਈ ਕਰ ਰਹੇ ਹਾਂ। experimentally Newton found that the acceleration produced in a body is directly proportional to the force applied on it। acceleration produced ਕਿਹਦੇ directly proportional ਹੁੰਦੀ ਹੈ, force ਕਿੰਨੀ ਅਪਲਾਈ ਕੀਤੀ ਬੋਡੀ ਤੇ, ਇਹ experimentally ਪਤਾ ਲੱਗਾ ਨਿਊਟਨ ਨੂੰ। similarly if we try to produce same change in velocity in the same time to produce same acceleration in a football and a tennis ball, ਮਤਲਬ ਅਲੱਗ-ਅਲੱਗ ਮਾਸ ਹੋ ਗਿਆ ਨਾ, ਫੁੱਟਬਾਲ ਦਾ ਜ਼ਿਆਦਾ, ਟੈਨਿਸ ਬਾਲ ਦਾ ਘੱਟ। initially both at rest we need to apply large force on the football than on the tennis ball। ਫੁੱਟਬਾਲ 'ਤੇ ਕਹਿੰਦਾ ਜ਼ਿਆਦਾ ਫੋਰਸ ਲੱਗੂਗੀ ਟੈਨਿਸ ਬੋਲ ਨਾਲੋਂ ਜੇ ਆਪਾਂ ਉਹਦੇ 'ਚ ਸੇਮ ਐਕਸੈਲਰੇਸ਼ਨ ਲਿਆਉਣੀ ਦੋਨਾਂ 'ਚ। ਦਸ ਦਾ ਫੋਰਸ ਨੀਡਡ ਟੂ ਪ੍ਰੋਡਿਊਸ ਸੇਮ ਐਕਸੈਲਰੇਸ਼ਨ ਇਨ ਟੂ ਬੋਡੀਜ਼ ਆਫ ਡਿਫਰੈਂਟ ਮਾਸਿਸ ਇਜ਼ ਨੋਟ ਸੇਮ। ਇਟ ਇਜ਼ ਮੋਰ ਫੋਰ ਦੀ ਬੋਡੀ ਆਫ ਲਾਰਜਰ ਮਾਸ ਐਂਡ ਲੈਸ ਫੋਰ ਦੀ ਬੋਡੀ ਫੋਰ ਦੀ ਸਮਾਲਰ ਮਾਸ। ਇਫ ਏ ਫੋਰਸ ਐਫ ਇਜ਼ ਨੀਡਡ ਟੂ ਪ੍ਰੋਡਿਊਸ ਐਨ ਐਕਸੈਲਰੇਸ਼ਨ ਆਫ 5 ਮੀਟਰ ਪਰ ਸੈਕਿੰਡ ਇਨ ਏ ਸਕੇਅਰ ਇਨ ਏ ਬੋਡੀ ਆਫ ਮਾਸ 2 ਕਿਲੋਗ੍ਰਾਮ, ਦੈਨ ਟੂ ਪ੍ਰੋਡਿਊਸ ਸੇਮ ਐਕਸੈਲਰੇਸ਼ਨ ਇਨ ਏ ਬੋਡੀ ਆਫ ਮਾਸ 4 ਕਿਲੋਗ੍ਰਾਮ ਦਾ ਫੋਰਸ ਨੀਡਡ ਇਜ਼ ਆਫ ਡਬਲ ਮੈਗਨੀਟਿਊਡ। ਕਹਿਣ ਦਾ ਮਤਲਬ ਕਹਿੰਦਾ ਜੇ ਬੋਡੀ ਆ ਇੱਕ, ਉਹਦੇ ਵਿੱਚ ਆਪਾਂ 2 ਕਿਲੋ ਦੀ ਬੋਡੀ ਦੇ ਵਿੱਚ 5 ਮੀਟਰ ਪਰ ਸੈਕਿੰਡ ਸਕੁਆਇਰ ਦੀ ਐਕਸੈਲਰੇਸ਼ਨ ਪ੍ਰੋਡਿਊਸ ਕਰਨੀ, ਜੇ ਸੇਮ ਐਕਸੈਲਰੇਸ਼ਨ ਅਸੀਂ 4 ਕਿਲੋ 'ਚ ਪ੍ਰੋਡਿਊਸ ਕਰਨੀ ਫਿਰ ਸਾਨੂੰ ਡਬਲ ਫੋਰਸ ਚਾਹੀਦੀ ਹੋਏਗੀ। experimentally Newton found that the force needed to produce the same acceleration in different bodies is proportional to their masses। mass ਤੇ acceleration ਤੇ depend ਕਰਦੀ ਹੈ। ਨਿਊਟਨ ਨੇ ਦੋ ਚੀਜ਼ਾਂ ਦੇਖੀਆਂ experimentally। on the basis of his experiments Newton concluded that acceleration produced in the body of given mass is directly proportional to the force applied on it। ਪਹਿਲਾਂ ਇਹਨੇ ਉਹ ਕਨਕਲੂਡ ਕਰ ਲਿਆ, ਉਹਦਾ ਨਾਲ ਉਹਨੇ ਇੱਕ ਗ੍ਰਾਫ ਵੀ ਪਲੋਟ ਕੀਤਾ ਐਕਸੈਲਰੇਸ਼ਨ ਤੇ ਫੋਰਸ ਦਾ। ਜਿੱਦਾਂ ਜਿੱਦਾਂ ਫੋਰਸ ਵਧੀ ਉੱਦਾਂ ਉਹਦਾ ਐਕਸੈਲਰੇਸ਼ਨ ਵਧੀ, ਕੀਪਿੰਗ ਦਾ ਮਾਸ ਕੌਂਸਟੈਂਟ। ਮਾਸ ਜੇਕਰ ਬੋਡੀ ਦਾ ਕੌਂਸਟੈਂਟ ਆ, ਜਿਵੇਂ ਜਿਵੇਂ ਅਸੀਂ ਫੋਰਸ ਵਧਾਵਾਂਗੇ ਉੱਦਾਂ ਉੱਦਾਂ ਬੋਡੀ ਦੇ ਵਿੱਚ ਐਕਸੈਲਰੇਸ਼ਨ ਵੀ ਵਧੂਗੀ। ਇਹ ਉਹਨੇ ਦੇਖਿਆ ਨਿਊਟਨ ਨੇ। ਸੈਕਿੰਡ ਉਹਨੇ ਕੀ ਦੇਖਿਆ, ਫੋਰਸ ਨੀਡਡ ਟੂ ਪ੍ਰੋਡਿਊਸ ਏ ਗਿਵਨ ਐਕਸੈਲਰੇਸ਼ਨ ਇਨ ਏ ਬੋਡੀ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਦੀ ਮਾਸ ਆਫ ਦੀ ਬੋਡੀ। ਮਤਲਬ ਫੋਰਸ ਜਿਹੜੀ ਕਿੰਨੀ ਚਾਹੀਦੀ ਹੈ ਕਿਸੇ ਬੋਡੀ 'ਚ ਸੇਮ ਐਕਸੈਲਰੇਸ਼ਨ ਲਿਆਉਣ ਲਈ, ਦੋ ਵੱਖਰੀਆਂ ਵੱਖਰੀਆਂ ਬੋਡੀ 'ਚ, ਇਟ ਡਿਪੈਂਡਸ ਅਪੋਨ ਦੀ ਮਾਸ ਆਫ ਦੀ ਬੋਡੀ। ਉੱਥੋਂ ਵੀ ਉਹਨੇ ਇੱਕ ਗ੍ਰਾਫ ਪਲੋਟ ਕੀਤਾ, ਜਿਵੇਂ ਜਿਵੇਂ ਕਹਿੰਦਾ ਫੋਰਸ ਵਧਾਵਾਂਗੇ, ਜਿੱਦਾਂ ਜਿੱਦਾਂ ਮਾਸ ਵਧਾਵਾਂਗੇ ਉੱਦਾਂ ਦਾ ਫੋਰਸ ਨੀਡਡ ਵੀ ਵਧੂਗੀ, ਕੀਪਿੰਗ ਦਾ ਐਕਸੈਲਰੇਸ਼ਨ ਕੌਂਸਟੈਂਟ। ਜੇ ਐਕਸੈਲਰੇਸ਼ਨ ਕੌਂਸਟੈਂਟ ਆ ਫਿਰ ਜਿੱਦਾਂ ਜਿੱਦਾਂ ਮਾਸ ਵੱਡਾ ਹੋਏਗਾ ਉੱਦਾਂ ਦਾ ਫੋਰਸ ਰਿਕੁਆਇਰਡ ਵੀ ਜ਼ਿਆਦਾ ਹੋਈ ਜਾਏਗੀ। ਇਹ ਦੋਨੇ ਚੀਜ਼ਾਂ ਉਹਨੇ ਨਿਊਟਨ ਨੇ ਓਬਜ਼ਰਵ ਕੀਤੀਆਂ। ਇਹਨਾਂ ਦੋਨਾਂ ਨੂੰ ਕੰਬਾਈਨ ਕਰਕੇ ਉਹਨੇ ਬੋਲਿਆ ਕਿ ਫੋਰਸ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਦੀ ਮਾਸ ਐਂਡ ਐਕਸੈਲਰੇਸ਼ਨ, ਤੇ ਉੱਥੇ ਇੱਕ ਕੌਂਸਟੈਂਟ ਆਇਆ ਕੇ। ਠੀਕ ਹੈ ਜੀ। ਹੇਅਰ ਕੇ ਇਜ਼ ਦਾ ਕੌਂਸਟੈਂਟ, ਦਾ ਯੂਨਿਟ ਆਫ ਫੋਰਸ ਚੂਜ਼ਨ ਦੈਟ ਕੇ ਬਿਕਮਸ 1। ਯੂਨਿਟ ਆਫ ਫੋਰਸ ਇਜ਼ ਚੂਜ਼ਨ, ਜਦੋਂ ਆਪਾਂ ਯੂਨਿਟ ਆਫ ਫੋਰਸ ਨੂੰ ਚੂਜ਼ ਕਰ ਲਾਂਗੇ ਤੇ ਕੇ ਦੀ ਵੈਲਿਊ ਐਕਸਪੈਰੀਮੈਂਟਲੀ 1 ਹੋਏਗੀ ਵੈਨ m ਇਜ਼ ਇਕੁਅਲ ਟੂ ਦੀ 1
and acceleration is equal to the 1, then amount of force is taken as 1 unit force which when applied on a body of unit mass produces unit acceleration in the body with the unit of force so chosen takes the following form। ਉਹਦਾ ਕਹਿਣ ਦਾ ਮਤਲਬ ਇਹ ਆ ਜੇਕਰ ਕਹਿੰਦਾ ਕੇ ਕੌਂਸਟੈਂਟ ਹੋਵੇ, ਕੇ ਦੀ ਵੈਲਿਊ 1 ਹੋਵੇ, ਐਮ ਦੀ ਵੈਲਿਊ 1 ਹੋਵੇ ਅਤੇ ਐਕਸੈਲਰੇਸ਼ਨ ਵੀ ਯੂਨਿਟ ਹੋਵੇ, ਦੈਨ ਅਮਾਊਂਟ ਆਫ ਫੋਰਸ ਵੀ ਜਿਹੜੀ ਕੀ ਆ ਉਹ 1 ਯੂਨਿਟ ਹੋਵੇਗੀ ਅਤੇ ਆਫ ਯੂਨਿਟ ਮਾਸ ਪ੍ਰੋਡਿਊਸ ਯੂਨਿਟ ਐਕਸੈਲਰੇਸ਼ਨ ਇਨ ਦੀ ਬੋਡੀ। ਕਹਿਣ ਦਾ ਮਤਲਬ ਯੂਨਿਟ ਮਾਸ ਦੀ ਬੋਡੀ ਅਤੇ ਯੂਨਿਟ ਐਕਸੈਲਰੇਸ਼ਨ 1 ਕਿਲੋਗ੍ਰਾਮ ਦੀ ਬੋਡੀ ਵਿੱਚ 1 ਮੀਟਰ ਪਰ ਸੈਕਿੰਡ ਸਕੁਅਰ ਦੀ ਐਕਸੈਲਰੇਸ਼ਨ ਪੈਦਾ ਕਰਨ ਦੇ ਲਈ ਕੌਂਸਟੈਂਟ 1 ਵਾ ਜੇਕਰ ਕੇ ਦੀ ਵੈਲਿਊ 1 ਆ ਅਤੇ ਫਿਰ ਸਾਨੂੰ ਫੋਰਸ ਕਿੰਨੀ ਨੀਡਡ ਹੋਏਗੀ 1 ਨਿਊਟਨ। ਸੋ ਨਿਊਟਨ ਕਿਹਦੇ ਯੂਨਿਟ ਆ ਫੋਰਸ ਦੇ, ਤੁਸੀਂ ਯਾਦ ਰੱਖਣਾ ਨਿਊਟਨ ਕਿਹਦੇ ਯੂਨਿਟ ਆ ਫੋਰਸ ਦੇ। 1 ਯੂਨਿਟ ਨਿਊਟਨ ਮੀਨਸ 1 ਯੂਨਿਟ ਫੋਰਸ ਇਜ਼ ਨੀਡਡ ਟੂ ਪ੍ਰੋਡਿਊਸ ਏ ਐਕਸੈਲਰੇਸ਼ਨ ਆਫ ਯੂਨਿਟ ਐਕਸੈਲਰੇਸ਼ਨ ਇਨ ਏ ਯੂਨਿਟ ਮਾਸ ਬੋਡੀ। ਠੀਕ ਹੈ ਜੀ। ਸੋ ਐਫ ਇਜ਼ ਇਕੁਅਲ ਟੂ ਦੀ ਐਮ ਏ ਸਾਡੇ ਕੋਲ ਇੱਕ ਰਿਲੇਸ਼ਨ ਬਣ ਗਿਆ। ਤੁਸੀਂ ਸਿਰਫ ਇੱਥੇ ਇੱਕ ਇੰਨਾ ਕੁ ਲਰਨ ਕਰ ਲਿਓ ਗੱਲ ਵੀ ਕੇ ਜਿਹੜਾ ਹੁੰਦਾ ਨਾ ਉਹ ਐਕਸਪੈਰੀਮੈਂਟਲੀ ਕਿੰਨਾ ਹੁੰਦਾ 1 ਹੁੰਦਾ ਵਾ। ਕੇ ਐਕਸਪੈਰੀਮੈਂਟਲੀ ਕਿੰਨਾ ਹੁੰਦਾ 1 ਹੁੰਦਾ। ਨਿਊਟਨ ਨੇ ਐਕਸਪੈਰੀਮੈਂਟ ਜਦੋਂ ਕੀਤਾ ਨਾ 1 ਕਿਲੋਗ੍ਰਾਮ ਦੀ ਬੋਡੀ 'ਤੇ 1 ਮੀਟਰ ਪਰ ਸੈਕਿੰਡ ਸਕੁਅਰ ਉਹ 'ਚ ਐਕਸੈਲਰੇਸ਼ਨ ਲਿਆਂਦੀ ਅਤੇ ਫੋਰਸ 1 ਨਿਊਟਨ ਨੀਡਡ ਆਈ ਅਤੇ ਉੱਥੋਂ ਉਹਨੇ ਕੇ ਨੂੰ ਕੀ ਬੋਲਤਾ 1 ਬੋਲਤਾ। ਠੀਕ ਹੈ ਜੀ। ਸੋ ਦਿਸ ਇਜ਼ ਦਾ ਮੈਥੇਮੈਟੀਕਲ ਐਕਸਪ੍ਰੈਸ਼ਨ ਨਿਊਟਨ ਸੈਕਿੰਡ ਲਾ ਆਫ ਮੋਸ਼ਨ। ਇਹ ਜਿਹੜਾ ਨਿਊਟਨ ਸੈਕਿੰਡ ਲਾ ਆਫ ਮੋਸ਼ਨ ਦਾ ਮੈਥੇਮੈਟੀਕਲ ਐਕਸਪ੍ਰੈਸ਼ਨ ਆ। ਨੋਟ ਇਫ ਏ ਗਿਵਨ ਫੋਰਸ ਇਜ਼ ਅਪਲਾਈਡ ਔਨ ਦੀ ਬੋਡੀਜ਼ ਆਫ ਡਿਫਰੈਂਟ ਮਾਸਿਸ, ਜੇਕਰ ਡਿਫਰੈਂਟ ਮਾਸਿਸ ਦੀ ਬੋਡੀਜ਼ ਦੇ ਉੱਤੇ ਗਿਵਨ ਫੋਰਸ ਅਪਲਾਈ ਕੀਤੀ ਜਾਂਦੀ ਹੈ ਤਾਂ ਐਕਸੈਲਰੇਸ਼ਨ ਪ੍ਰੋਡਿਊਸਡ ਇਨ ਦੈਮ ਇਜ਼ ਇਨਵਰਸਲੀ ਪ੍ਰੋਪੋਰਸ਼ਨਲ ਟੂ ਦੀ ਏਅਰ ਮਾਸਿਸ। ਜੇਕਰ ਗਿਵਨ ਫੋਰਸ ਜਿਹੜੀ ਆ ਅਪਲਾਈ ਡਿਫਰੈਂਟ ਬੋਡੀਜ਼ 'ਤੇ ਕੀਤੀ ਜਾਂਦੀ ਆ, ਜਿਹੜੀ ਐਕਸੈਲਰੇਸ਼ਨ ਆ ਉਹ ਇਨਵਰਸਲੀ ਪ੍ਰੋਪੋਰਸ਼ਨਲ ਹੋਊਗੀ ਮਾਸ ਦੇ। ਕਹਿਣ ਦਾ ਮਤਲਬ ਕੀ ਆ ਜਿਹੜੀ ਬੋਡੀ ਦਾ ਮਾਸ ਵੱਡਾ ਉਹ 'ਚ ਐਕਸੈਲਰੇਸ਼ਨ ਘੱਟ ਆਊਗੀ, ਜਿਹੜੀ ਬੋਡੀ ਦਾ ਮਾਸ ਥੋੜ੍ਹਾ ਵਾ ਉਹਦੇ 'ਚ ਐਕਸੈਲਰੇਸ਼ਨ ਜ਼ਿਆਦਾ ਆਊਗੀ। ਜੇ ਫੋਰਸ ਸੇਮ ਆ ਨਾ, ਇੱਕ ਬੋਡੀ ਭਾਰੀ ਆ ਇੱਕ ਬੋਡੀ ਹਲਕੀ ਆ, ਭਾਰੀ ਬੋਡੀ 'ਚ ਐਕਸੈਲਰੇਸ਼ਨ ਘੱਟ ਆਊਗੀ ਅਤੇ ਹਲਕੀ ਬੋਡੀ 'ਚ ਐਕਸੈਲਰੇਸ਼ਨ ਜ਼ਿਆਦਾ ਆਊਗੀ ਸੇਮ ਫੋਰਸ 'ਤੇ। ਠੀਕ ਹੈ ਜੀ। ਇਹ ਗ੍ਰਾਫ ਪਲੋਟਡ ਐਕਸੈਲਰੇਸ਼ਨ ਏ ਐਂਡ ਮਾਸ ਦੇ ਵਿੱਚ ਅਸੀਂ ਗ੍ਰਾਫ ਪਲੋਟ ਕੀਤਾ। ਉਹ ਹਾਈਪਰਬੋਲਿਕ ਕਰਵ ਬਣੀ, ਇੱਦਾਂ ਦੀ ਡਿਕਰੀਜ਼ਿੰਗ ਕਰਵ ਬਣੀ ਕੀਪਿੰਗ ਫੋਰਸ ਕੌਂਸਟੈਂਟ। ਜਿੱਦਾਂ ਜਿੱਦਾਂ ਅਸੀਂ ਮਾਸ ਵਧਾਵਾਂਗੇ ਉੱਦਾਂ ਉੱਦਾਂ ਐਕਸੈਲਰੇਸ਼ਨ ਘਟੂਗੀ, ਜਿੱਦਾਂ ਜਿੱਦਾਂ ਮਾਸ ਘਟਾਵਾਂਗੇ ਮਾਸ ਘਟੂਗਾ ਕਿੱਧਰ ਨੂੰ ਇਸ ਸਾਈਡ ਨੂੰ, ਉੱਦਾਂ ਉੱਦਾਂ ਐਕਸੈਲਰੇਸ਼ਨ ਵੱਧ ਰਹੀ ਹੈ ਇਹਦੇ ਵਿੱਚ। ਠੀਕ ਹੈ ਜੀ। ਇਹ ਤੁਸੀਂ ਇਹਦੇ ਵਿੱਚ ਧਿਆਨ ਰੱਖਣਾ। ਹੁਣ ਨੈਕਸਟ ਹੈਗਾ ਜੀ CGS ਐਂਡ SI ਯੂਨਿਟਸ ਆਫ ਫੋਰਸ। ਫੋਰਸ ਦੇ ਯੂਨਿਟ ਮੈਂ ਹੁਣੇ ਉੱਪਰ ਬੋਲਿਆ ਸੀ ਨਿਊਟਨ ਕਿਹੜੀ ਸਿਸਟਮ ਜਿਹਦੇ ਯੂਨਿਟ ਆ SI ਸਿਸਟਮ ਦੇ ਵਿੱਚ, ਅਤੇ ਇਹਦੇ CGS ਸਿਸਟਮ 'ਚ ਕੀ ਯੂਨਿਟ ਹੋਣਗੇ ਉਹਦੇ ਬਾਰੇ ਅਸੀਂ ਹੁਣ ਗੱਲ ਕਰਨੀ ਆ। ਦ ਫੋਰਸ ਇਜ਼ ਰਿਲੇਟਡ ਟੂ ਮਾਸ ਐਂਡ ਐਕਸੈਲਰੇਸ਼ਨ। ਫੋਰਸ ਇਜ਼ ਇਕੁਅਲ ਟੂ ਦੀ ਮਾਸ ਇਨਟੂ ਐਕਸੈਲਰੇਸ਼ਨ। ਕੇ ਕੀ ਆ ਐਕਸਪੈਰੀਮੈਂਟਲੀ 1 ਹੁੰਦਾ ਵਾ। ਠੀਕ ਹੈ ਜੀ। ਦੈਨ F is equal to the m into a on the basis SI unit of force is Newton. 1 Newton is that force which produces an acceleration of 1 meter per second square in a body of mass 1 kilogram। 1 ਨਿਊਟਨ ਉਹ ਫੋਰਸ ਆ ਜਿਹੜੀ 1 ਕਿਲੋਗ੍ਰਾਮ ਦੇ ਡੱਬੇ ਦੇ ਵਿੱਚ 1 ਮੀਟਰ ਪਰ ਸੈਕਿੰਡ ਸਕੁਅਰ ਦੀ ਐਕਸੈਲਰੇਸ਼ਨ ਪੈਦਾ ਕਰ ਦੇਵੇ। 1 ਨਿਊਟਨ ਉਹ ਫੋਰਸ ਆ ਜਿਹੜੀ 1 ਕਿਲੋਗ੍ਰਾਮ ਦੇ ਡੱਬੇ ਦੇ ਵਿੱਚ 1 ਮੀਟਰ ਪਰ ਸੈਕਿੰਡ ਸਕੁਅਰ ਦੀ ਐਕਸੈਲਰੇਸ਼ਨ ਪ੍ਰੋਡਿਊਸ ਕਰ ਦੇਵੇ। ਜਦੋਂ ਆਪਾਂ ਕਿਸੇ ਬਾਕਸ ਦੇ ਉੱਤੇ 1 ਨਿਊਟਨ ਫੋਰਸ ਲਗਾਈਏ ਉਹਦੇ 1 ਕਿਲੋ ਦੇ ਵਿੱਚ ਜੇਕਰ 1 ਮੀਟਰ ਪਰ ਸੈਕਿੰਡ ਸਕੁਅਰ ਐਕਸੈਲਰੇਸ਼ਨ ਪੈਦਾ ਹੋ ਜਾਂਦੀ ਆ ਅਤੇ ਅਸੀਂ ਫੋਰਸ ਨੂੰ ਕੀ ਬੋਲਦੇ ਹਾਂ 1 ਨਿਊਟਨ ਬੋਲਦੇ ਹਾਂ। CGS ਸਿਸਟਮ 'ਚ ਫੋਰਸ ਦੇ ਯੂਨਿਟ ਕੀ ਆ ਡਾਈਨਸ। ਡਾਈਨ ਕੀ ਹੁੰਦਾ ਡਾਈਨ ਇਜ਼ ਦੈਟ ਫੋਰਸ ਵਿਚ ਪ੍ਰੋਡਿਊਸਿਜ਼ ਐਨ ਐਕਸੈਲਰੇਸ਼ਨ ਆਫ 1 ਸੈਂਟੀਮੀਟਰ ਪਰ ਸੈਕਿੰਡ ਸਕੁਅਰ ਇਨ ਏ ਬੋਡੀ ਆਫ ਮਾਸ 1 ਗ੍ਰਾਮ ਦੇ ਵਿੱਚ। ਜਿਹੜੀ ਫੋਰਸ 1 ਗ੍ਰਾਮ ਦੇ ਛੋਟੇ ਜਿਹੇ ਬਾਕਸ ਦੇ ਵਿੱਚ 1 ਸੈਂਟੀਮੀਟਰ ਪਰ ਸੈਕਿੰਡ ਸਕੁਅਰ ਦੀ ਐਕਸੈਲਰੇਸ਼ਨ ਪੈਦਾ ਕਰ ਦੇਵੇ ਉਸ ਫੋਰਸ ਨੂੰ ਅਸੀਂ ਕੀ ਬੋਲਦੇ ਹਾਂ 1 ਡਾਈਨ ਬੋਲਦੇ ਹਾਂ। ਉਹਨੂੰ ਅਸੀਂ ਕੀ ਬੋਲਦੇ ਹਾਂ 1 ਡਾਈਨ ਬੋਲਦੇ ਹਾਂ। ਠੀਕ ਹੈ ਜੀ 1 ਡਾਈਨ। ਸੋ ਇਹ ਸੀਗਾ ਸਾਡਾ 1 ਨਿਊਟਨ ਅਤੇ 1 ਡਾਈਨ ਦਾ। ਹੁਣ ਅਸੀਂ ਰਿਲੇਸ਼ਨ ਵੀ ਕਰਨਾ ਵਾ। 1 ਨਿਊਟਨ ਇਜ਼ ਇਕੁਅਲ ਟੂ ਦੀ 1 ਕਿਲੋਗ੍ਰਾਮ ਇੰਟੂ 1 ਮੀਟਰ ਪਰ ਸੈਕਿੰਡ ਸਕੁਅਰ। 1 ਕਿਲੋਗ੍ਰਾਮ 'ਚ ਕਿੰਨੇ ਗ੍ਰਾਮ ਹੁੰਦੇ ਆ 1000 ਗ੍ਰਾਮ ਅਤੇ 1 ਮੀਟਰ ਪਰ ਸੈਕਿੰਡ ਸਕੁਅਰ 'ਚ ਕਿੰਨੇ ਸੈਂਟੀਮੀਟਰ 1 ਮੀਟਰ 'ਚ ਕਿੰਨੇ ਸੈਂਟੀਮੀਟਰ ਹੁੰਦੇ ਆ 100 ਸੈਂਟੀਮੀਟਰ। ਸੋ 10 ਦੀ ਪਾਵਰ ਕਿੰਨਾ ਬਣ ਜੂ ਇਹ 5 10 ਦੀ ਪਾਵਰ 5 ਗ੍ਰਾਮ ਪਰ ਸੈਂਟੀਮੀਟਰ ਗ੍ਰਾਮ ਇੰਟੂ ਸੈਂਟੀਮੀਟਰ ਪਰ ਸੈਕਿੰਡ ਸਕੁਅਰ। ਗ੍ਰਾਮ ਸੈਂਟੀਮੀਟਰ ਪਰ ਸੈਕਿੰਡ ਸਕੁਅਰ 10⁻⁵ ਅਤੇ ਗ੍ਰਾਮ ਸੈਂਟੀਮੀਟਰ ਪਰ ਸੈਕਿੰਡ ਸਕੁਅਰ ਕਿਹਦੇ ਬਰਾਬਰ ਹੁੰਦਾ ਇੱਕ ਡਾਈਨ ਦੇ। ਡਾਈਨ ਦਾ ਮਤਲਬ ਕੀ ਸੀ 1 ਗ੍ਰਾਮ ਦੀ ਬੋਡੀ 'ਚ 1 ਸੈਂਟੀਮੀਟਰ ਪਰ ਸੈਕਿੰਡ ਸਕੁਅਰ ਦੀ ਐਕਸੈਲਰੇਸ਼ਨ ਪੈਦਾ ਕਰਨੀ ਸੀ। ਸੋ 1 ਡਾਈਨ ਇਹਦੀ ਜਗ੍ਹਾ 'ਤੇ ਰਿਪਲੇਸ ਕਰ ਦਾਂਗੇ। ਸੋ 1 ਨਿਊਟਨ ਇਜ਼ ਇਕੁਅਲ ਟੂ ਦੀ 10⁻⁵ ਡਾਈਨਸ। ਇਹ ਤੁਸੀਂ ਯਾਦ ਰੱਖਣਾ। ਸੋ ਨੈਕਸਟ ਇਹਦਾ ਕੀ ਵਾ ਟੋਪਿਕ ਨਿਊਟਨ ਸੈਕਿੰਡ ਲਾ ਆਫ ਮੋਸ਼ਨ ਇਨ ਟਰਮਸ ਆਫ ਰੇਟ ਆਫ ਚੇਂਜ ਆਫ ਮੋਮੈਂਟਮ।
ਨਿਊਟਨ ਦੇ ਦੂਜੇ ਲਾ ਨੂੰ ਅਸੀਂ ਰੇਟ ਆਫ ਚੇਂਜ ਆਫ ਮੋਮੈਂਟਮ ਦੇ ਹਿਸਾਬ ਨਾਲ ਕਿਵੇਂ ਲਿਖ ਸਕਦੇ ਹਾਂ। ਵੈਨ ਏ ਫੋਰਸ ਇਜ਼ ਅਪਲਾਈਡ ਔਨ ਏ ਬੋਡੀ ਇਟ ਪ੍ਰੋਡਿਊਸਿਸ ਐਕਸਲਰੇਸ਼ਨ ਇਨ ਦੀ ਬੋਡੀ ਡਿਊ ਟੂ ਵਿਚ ਵੈਲੋਸਿਟੀ ਐਂਡ ਹੈਂਸ ਦਾ ਮੋਮੈਂਟਮ ਆਫ ਦੀ ਬੋਡੀ ਚੇਂਜਿਸ। ਵੈਲੋਸਿਟੀ ਚੇਂਜ ਹੁੰਦੀ ਹੈ, ਮੋਮੈਂਟਮ ਚੇਂਜ ਹੁੰਦੀ ਹੈ। ਫਰੋਮ ਇਕੁਏਸ਼ਨ ਨੰਬਰ 3.4 ਦਾ ਰੇਟ ਆਫ ਚੇਂਜ ਆਫ ਮੋਮੈਂਟਮ ਇਜ਼ ਇਕੁਅਲ ਟੂ ਦੀ ਪ੍ਰੋਡਕਟ ਆਫ ਮਾਸ ਐਂਡ ਐਕਸਲਰੇਸ਼ਨ। ਇਹ ਅਸੀਂ ਪਿੱਛੇ ਕੀਤਾ ਵਾ ਪਿਛਲੇ ਆਰਟੀਕਲ 'ਚ। ਜੇ ਮਾਸ ਕੌਂਸਟੈਂਟ ਆ ਤਾਂ ਫਿਰ ਆਹ ਰਿਲੇਸ਼ਨ ਹੁੰਦਾ। ਅਤੇ ਆਪਾਂ ਪੜ੍ਹਿਆ ਨਿਊਟਨ ਸੈਕਿੰਡ ਲਾ ਨੇ ਕੀ ਕਿਹਾ, ਐਫ ਇਜ਼ ਇਕੁਅਲ ਟੂ ਦੀ ਐਮ ਇਨਟੂ ਏ। ਇਹਦਾ ਮਤਲਬ ਐਫ ਕਿਹਦੇ ਇਕੁਅਲ ਆ, ਰੇਟ ਆਫ ਚੇਂਜ ਆਫ ਮੋਮੈਂਟਮ ਦੇ। ਫੋਰਸ ਕਿਹਦੇ ਇਕੁਅਲ ਆ, ਰੇਟ ਆਫ ਚੇਂਜ ਆਫ ਮੋਮੈਂਟਮ ਦੇ, ਡੈਲਟਾ ਪੀ ਬਾਏ ਡੈਲਟਾ ਟੀ। ਡੈਲਟਾ ਐਮ ਬੀ ਬਾਏ ਡੈਲਟਾ ਟੀ, ਐਮ ਵਿੱਚੋਂ ਕੌਂਸਟੈਂਟ ਬਾਹਰ ਆ ਜਾਣਾ, ਐਮ ਡੈਲਟਾ ਵੀ ਬਾਏ ਡੈਲਟਾ ਟੀ, ਐਮ ਇਨਟੂ ਏ ਇਫ ਮਾਸ ਰਿਮੇਨਸ ਕੌਂਸਟੈਂਟ। ਨਿਊਟਨ ਸੈਕਿੰਡ ਲਾ ਆਫ ਮੋਸ਼ਨ ਕੈਨ ਬੀ ਸਟੇਟਡ ਇਨ ਟਰਮਸ ਆਫ ਚੇਂਜ ਇਨ ਮੋਮੈਂਟਮ ਆਲਸੋ। ਇਹਨੂੰ ਅਸੀਂ ਮੋਮੈਂਟਮ ਦੇ ਚੇਂਜ ਦੇ ਹਿਸਾਬ ਨਾਲ ਵੀ ਨਿਊਟਨ ਦੇ ਸੈਕਿੰਡ ਲਾ ਨੂੰ ਬੋਲ ਸਕਦੇ। ਕੀ ਡੈਫੀਨੇਸ਼ਨ ਬਣੂਗੀ, ਅਕੋਰਡਿੰਗ ਟੂ ਨਿਊਟਨ ਸੈਕਿੰਡ ਲਾ ਆਫ ਮੋਸ਼ਨ ਰੇਟ ਆਫ ਚੇਂਜ ਆਫ ਮੋਮੈਂਟਮ ਆਫ ਏ ਬੋਡੀ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਦੀ ਫੋਰਸ ਅਪਲਾਈਡ ਔਨ ਦੀ ਬੋਡੀ ਐਂਡ ਦ ਚੇਂਜ ਇਨ ਮੋਮੈਂਟਮ ਟੇਕਸ ਪਲੇਸ ਇਨ ਦੀ ਡਾਇਰੈਕਸ਼ਨ ਆਫ ਫੋਰਸ। ਠੀਕ ਆ ਜੀ, ਚੇਂਜ ਇਨ ਮੋਮੈਂਟਮ ਉਸੇ ਡਾਇਰੈਕਸ਼ਨ 'ਚ ਹੋਣਾ ਜਿੱਧਰ ਨੂੰ ਫੋਰਸ ਲੱਗਦੀ ਪਈ ਆ, ਅਤੇ ਰੇਟ ਆਫ ਚੇਂਜ ਆਫ ਮੋਮੈਂਟਮ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਦੀ ਫੋਰਸ ਅਪਲਾਈਡ ਔਨ ਇਟ। ਆਪਾਂ ਇੱਦਾਂ ਪਹਿਲੇ ਲਿਖਾਂਗੇ, ਫੋਰਸ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਡੈਲਟਾ ਪੀ ਬਾਏ ਡੈਲਟਾ ਟੀ। ਜਦੋਂ ਇੱਥੇ ਇਹਨੂੰ ਪ੍ਰੋਪੋਰਸ਼ਨਲਿਟੀ ਸਾਈਨ ਨੂੰ ਹਟਾ ਕੇ ਕੌਂਸਟੈਂਟ ਆਏਗਾ ਨਾ, ਅਤੇ ਕੌਂਸਟੈਂਟ ਦੀ ਵੈਲਿਊ ਕਿੰਨੀ ਹੁੰਦੀ ਹੈ, 1 ਹੁੰਦੀ ਹੈ। ਕੌਂਸਟੈਂਟ ਦੀ ਵੈਲਿਊ ਕਿੰਨੀ ਪੁੱਟ ਕਰਾਂਗੇ, ਆਹ ਵਾਲੇ ਕੇ ਦੀ ਵੈਲਿਊ 1, ਕੌਂਸਟੈਂਟ ਦੀ ਵੈਲਿਊ 1 ਵਾ। ਠੀਕ ਹੈ ਜੀ, ਸੋ ਇਹ ਸਾਡਾ ਨਿਊਟਨ ਦਾ ਸੈਕਿੰਡ ਲਾ ਵਾ। ਐਕਸਪਲੇਨੇਸ਼ਨ ਇਹਦੀ ਹੋ ਗਈ, ਨਿਊਟਨ ਸੈਕਿੰਡ ਲਾ ਆਫ ਮੋਸ਼ਨ ਐਫ ਇਜ਼ ਇਕੁਅਲ ਟੂ ਦੀ ਡੈਲਟਾ ਪੀ ਬਾਈ ਡੈਲਟਾ ਟੀ, ਡੈਲਟਾ ਐਮ ਬੀ ਬਾਈ ਡੈਲਟਾ ਟੀ। ਦਿਸ ਇਜ਼ ਦਾ ਜਰਨਲ ਫਾਰਮ ਆਫ ਨਿਊਟਨ ਸੈਕਿੰਡ ਲਾ ਆਫ ਮੋਸ਼ਨ ਵੈਨ ਦਾ ਮੋਮੈਂਟਮ ਚੇਂਜਿਸ ਆਈਦਰ ਡਿਊ ਟੂ ਚੇਂਜ ਇਨ ਮਾਸ ਔਰ ਡਿਊ ਟੂ ਦੀ ਚੇਂਜ ਇਨ ਵੈਲੋਸਿਟੀ ਔਰ ਡਿਊ ਟੂ ਦੀ ਚੇਂਜ ਇਨ ਬੋਥ ਮਾਸ ਐਂਡ ਵੈਲੋਸਿਟੀ। ਆਪਾਂ ਇੱਕ ਜਰਨਲ ਰਿਲੇਸ਼ਨ ਬਣਾ ਲਿਆ, ਐਫ ਇਜ਼ ਇਕੁਅਲ ਟੂ ਦੀ ਡੈਲਟਾ ਪੀ ਬਾਈ ਡੈਲਟਾ ਟੀ, ਡੈਲਟਾ ਐਮ ਬੀ ਬਾਈ ਡੈਲਟਾ ਟੀ। ਚਾਹੇ ਮਾਸ ਚੇਂਜ ਹੋਵੇ ਚਾਹੇ ਵੈਲੋਸਿਟੀ ਚੇਂਜ ਹੋਵੇ, ਉਹ ਇੱਥੇ ਹੀ ਅਕਰ ਹੋਊਗਾ। ਠੀਕ ਹੈ ਜੀ, ਇਟ ਇਜ਼ ਅਬਜ਼ਰਵਡ ਦੈਟ ਮਾਸ ਆਫ ਦੀ ਪਾਰਟੀਕਲ ਇਨਕਰੀਜ਼ਿਜ਼ ਵਿਦ ਇਨਕਰੀਜ਼ ਇਨ ਵੈਲੋਸਿਟੀ। ਜਦੋਂ ਆਪਾਂ ਐਟੋਮਿਕ ਪਾਰਟੀਕਲ ਦੀ ਗੱਲ ਕਰਦੇ ਨਾ, ਉਹਦੇ ਵਿੱਚ ਮਾਸ ਆਫ ਪਾਰਟੀਕਲ ਵੈਲੋਸਿਟੀ ਦੇ ਨਾਲ ਨਾਲ ਬਦਲਦਾ ਵਾ। ਆਪਾਂ ਜਰਨਲ ਜਿਹੜੀਆਂ ਬੋਡੀਜ਼ ਆ ਨਾ, ਉਹਨਾਂ ਦੇ ਵਿੱਚ ਨਹੀਂ ਇੱਦਾਂ ਹੁੰਦਾ। ਜਰਨਲ ਆਪਣੀ ਜਿਹੜੀ ਕੋਈ ਬੋਡੀ ਆ ਸਲੋ ਸਪੀਡ 'ਤੇ ਚੱਲਦੀ ਪਈ ਆ, ਸਪੀਡ ਆਫ ਲਾਈਟ ਨਾਲ ਨਹੀਂ ਚੱਲਦੀ ਪਈ, ਉਹਦੇ ਵਿੱਚ ਇਹ ਚੀਜ਼ ਨਹੀਂ ਤੁਸੀਂ ਯਾਦ ਰੱਖਣੀ। ਇਹ ਇੱਕ ਅਲੱਗ ਟੋਪਿਕ ਆ। ਐਟੋਮਿਕ ਪਾਰਟੀਕਲਸ ਜਿਹੜੇ ਬਹੁਤ ਹਾਈ ਸਪੀਡ ਨਾਲ ਚੱਲਦੇ ਆ, ਉਸ ਕੇਸ ਦੇ ਵਿੱਚ ਮਾਸ ਜਿਹੜਾ ਵੱਧਦਾ ਵਾ ਇਨਕਰੀਜ਼ ਇਨ ਵੈਲੋਸਿਟੀ ਨਾਲ, ਬਟ ਇਟ ਬਿਕਮਸ perceptible only when the velocity v of the particle is comparable to the speed of light। ਉਦੋਂ ਹੀ ਇਹਨੂੰ ਆਪਾਂ ਲੈਣਾ ਵਾ, ਮਤਲਬ ਉਦੋਂ ਹੀ ਇਹਨੂੰ ਲਾਗੂ ਕਰਨਾ ਜਦੋਂ ਆਪਣੀ ਸਪੀਡ ਆਫ ਲਾਈਟ ਦੇ ਲਾਗੇ ਹੋਊਗੀ ਵੈਲੋਸਿਟੀ। ਐਟ ਵੈਲੋਸਿਟੀਜ਼ v ਬਹੁਤ ਛੋਟੀ ਆ c ਤੇ ਦਾ ਚੇਂਜ ਇਨ ਮਾਸ ਇਜ਼ ਬਹੁਤ ਘੱਟ ਹੋਊਗਾ, ਇਜ਼ ਨੋਟ ਪਰਸੈਪਟੇਬਲ ਐਟ ਸੱਚ ਵੈਲੋਸਿਟੀਜ਼ ਮਾਸ m ਕੈਨ ਬੀ ਕੰਸੀਡਰ ਟੂ ਬੀ ਕੌਂਸਟੈਂਟ। ਜੇਕਰ ਵੈਲੋਸਿਟੀ ਬਹੁਤ ਘੱਟ ਆ ਫਿਰ ਆਪਾਂ m ਨੂੰ ਕੌਂਸਟੈਂਟ ਮੰਨਣਾ। ਦੈਨ ਨਿਊਟਨ ਸੈਕਿੰਡ ਲਾ ਟੇਕਸ ਦਾ ਫੋਰਮ ਦਿਸ ਵਨ, ਨਾਲ ਹੀ ਫੋਰਮ ਆ ਜੂਗੀ। ਮਾਸ ਨੂੰ ਕੌਂਸਟੈਂਟ ਨੂੰ ਬਾਹਰ ਕੱਢ ਲਾਂਗੇ, m ਇੰਟੂ a ਬਣ ਜੂਗਾ। ਦਸ ਫੋਰ ਦੀ ਰਿਲੇਸ਼ਨ ਟੂ ਹੋਲਡ two conditions are needed when velocities are much smaller than the velocity of light। velocity of light ਤੋਂ ਬਹੁਤ ਥੋੜੀਆਂ ਹੋਣੀਆਂ ਚਾਹੀਦੀਆਂ ਵਾ, ਮਤਲਬ velocities when the mass remains constant, ਮਤਲਬ mass remains constant ਹੋਵੇ। mass remains constant when velocities are much smaller than the velocity of light। Newton's second law is the fundamental law of motion। ਇਹ fundamental law ਵਾ motion ਦਾ। the first law of motion is also included in the second law ਦੇ ਵਿੱਚ ਵੀ ਇਨਕਲੂਡ ਹੋ ਜਾਂਦਾ। this we can see as flows। ਕਹਿੰਦਾ ਜਿਹੜਾ ਨਿਊਟਨ ਦਾ ਫਸਟ ਲਾ ਨਾ, ਉਹ ਸੈਕਿੰਡ ਲਾ ਤੋਂ ਵੀ ਬਣ ਸਕਦਾ। ਉਹ ਕਿਵੇਂ ਬਣ ਸਕਦਾ? ਇਫ ਐਫ ਇਜ਼ 0 ਏ ਇਜ਼ 0 ਹੋ ਜਾਊਗਾ ਨਾ, ਦਿਸ ਮੀਨਸ ਦੈਟ ਇਫ ਨੋ ਫੋਰਸ ਇਜ਼ ਅਪਲਾਈਡ ਔਨ ਦੀ ਬੋਡੀ ਇਟਸ ਐਕਸਲਰੇਸ਼ਨ ਵਿਲ ਬੀ 0। ਇਫ ਦਾ ਬੋਡੀ ਇਜ਼ ਐਟ ਰੈਸਟ ਇਟ ਵਿਲ ਰਿਮੇਨ ਐਟ ਰੈਸਟ। ਜੇ ਐਕਸਲਰੇਸ਼ਨ ਹੀ ਨਹੀਂ ਹੋਈ, ਬੋਡੀ ਦੀ ਸਪੀਡ ਚੇਂਜ ਨਹੀਂ ਕਰੇਗੀ, ਬੋਡੀ ਦੀ ਵੈਲੋਸਿਟੀ ਚੇਂਜ ਨਹੀਂ ਕਰੇਗੀ। ਐਂਡ ਇਫ ਇਟ ਇਜ਼ ਮੂਵਿੰਗ ਇਟ ਵਿਲ ਰਿਮੇਨ ਮੂਵਿੰਗ ਇਨ ਦੀ ਸੇਮ ਡਾਇਰੈਕਸ਼ਨ ਵਿਦ ਦੀ ਸੇਮ ਸਪੀਡ। ਜੇ ਬੋਡੀ ਮਤਲਬ ਇੱਕ ਸਪੀਡ ਨਾਲ ਜਾਂਦੀ ਪਈ ਤੇ ਉਹਦੀ ਸਪੀਡ ਕੌਂਸਟੈਂਟ ਰਹੂਗੀ। ਐਕਸੈਲਰੇਸ਼ਨ 0 ਦਾ ਮਤਲਬ ਕੀ ਆ ਕਿ ਬੋਡੀ ਦੀ ਸਪੀਡ ਨਹੀਂ ਚੇਂਜ ਹੁੰਦੀ ਪਈ, ਵੈਲੋਸਿਟੀ ਨਹੀਂ ਚੇਂਜ ਹੁੰਦੀ ਪਈ। ਦਾਦੇ ਬੋਡੀ ਨੋਟ ਐਕਟਡ ਅਪੋਨ ਬਾਈ ਐਨੀ ਐਕਸਟਰਨਲ ਫੋਰਸ। ਜਦੋਂ ਬੋਡੀ 'ਤੇ ਕੋਈ ਐਕਸਟਰਨਲ ਫੋਰਸ ਨਹੀਂ ਲੱਗਦੀ ਹੋਏਗੀ, ਡਜ਼ ਨੋਟ ਚੇਂਜ ਇਟਸ ਸਟੇਟ ਆਫ ਰੈਸਟ ਔਰ ਮੋਸ਼ਨ। ਫਿਰ ਉਹ ਆਪਣੀ ਬੋਡੀ ਜਿਹੜੀ ਸਟੇਟ ਨੂੰ ਚੇਂਜ ਨਹੀਂ ਕਰ ਸਕਦੀ। ਫੋਰਸ ਲੱਗੇਗੀ ਅਤੇ ਉਹ 'ਚ ਐਕਸਲਰੇਸ਼ਨ ਪੈਦਾ ਹੋਏਗੀ। ਆਈਦਰ ਉਹ ਰੈਸਟ ਤੋਂ ਮੋਸ਼ਨ 'ਚ ਆ ਜਾਏਗੀ ਜਾਂ ਫਿਰ ਉਹਦੀ ਵੈਲੋਸਿਟੀ ਵੱਧ ਜਾਏਗੀ, ਜਾਂ ਫਿਰ ਫੋਰਸ ਓਪੋਜ਼ਿਟ ਡਾਇਰੈਕਸ਼ਨ 'ਚ ਲੱਗ ਕੇ ਮੋਸ਼ਨ ਨੂੰ ਘਟਾ ਵੀ ਸਕਦੀ ਹੈ। ਦਿਸ ਇਜ਼ ਦਾ ਸਟੇਟਮੈਂਟ ਆਫ ਨਿਊਟਨਸ ਫਸਟ ਲਾ ਆਫ ਮੋਸ਼ਨ। ਇਹਦਾ ਮਤਲਬ ਨਿਊਟਨ ਦਾ ਪਹਿਲਾ ਲਾ ਜਿਹੜਾ ਸੈਕਿੰਡ ਲਾ ਤੋਂ ਹੀ ਬਣ ਜਾਂਦਾ ਵਾ। ਐਗਜ਼ਾਮਪਲਸ ਆਫ ਸੈਕਿੰਡ ਲਾ ਆਫ ਮੋਸ਼ਨ ਇਨ ਡੇਲੀ ਲਾਈਫ, ਇਹ ਆਪਾਂ ਜਿਹੜਾ ਵਾ ਨੈਕਸਟ ਵੀਡੀਓ ਦੇ ਵਿੱਚ ਕਰਾਂਗੇ। ਥੈਂਕ ਯੂ ਫॉर ਵਾਚਿੰਗ ਦਿਸ ਵੀਡੀਓ।